लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 581। ਹੁਣ ਤੱਕ 4 ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਅਲਾਹੁਣੀਆਂ ਵਿੱਚ ਸੰਪੂਰਨ ਹੋਏ ਨੇ। ਵਡਹੰਸ ਮਹਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਵਾ। ਹਾਂਜੀ। ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਬਾਬਾ ਆਇਆ ਹੈ ਉੱਠ ਚੱਲਣਾ। ਇਹ ਜਗ ਝੂਠ ਪਸਾਰੋ ਵਾ, ਇਹ ਜਗ ਝੂਠ ਪਸਾਰੋ ਵਾ। ਸੱਚਾ ਘਰ ਸੱਚੜਾ ਸੇਵੀਐ, ਸੱਚੜਾ ਘਰ ਸੱਚੜਾ ਸੇਵੀਐ। ਸੱਚ ਖਰਾ ਸਚਿਆਰੋ ਵਾ, ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਕੂੜ ਲੱਭ ਤਾਂ ਥਾਏ ਨਾ ਪਾਸੀ। ਅੱਗੇ ਲਹੈ ਨਾ ਠਾਓ, ਲਹਿ ਨਾ ਠਾਓ। ਅੰਤਰ ਆਓ ਨਾ ਵੈਸਿਓ ਕਹੀਐ ਵੈਸਿਓ। ਅੰਤਰ ਆਏ ਨਾ ਬੈਸੋ ਕਹੀਐ, ਅੰਤਰ ਆਇਓ ਆਇਓ ਨਾ ਵੈਸੀਐ ਕਹੀਓ। ਅੰਤਰ ਆਓ ਨਾ ਬੈਸੋ ਕਹੀਐ। ਜਿਉ ਸੁੰਝੈ ਕਰ ਕਾਉ, ਜਿਉ ਸੁਣੈ ਘਰ ਕਾਉ। ਜੰਮਣ ਮਰਨ ਵੱਡਾ ਵਿਛੋੜਾ, ਜੰਮਣ ਮਰਨ ਵੱਡਾ ਵਿਛੋੜਾ। ਬਿਨਸੈ ਜਗ ਸੁਭਾਏ, ਲੱਭ ਧੰਦਾ ਮਾਇਆ ਜਗਤ ਭੁਲਾਇਆ। ਲੱਭ ਧੰਦਾ ਮਾਇਆ ਜਗਤ ਭੁਲਾਇਆ। ਕਾਲ ਖੜਾ ਰੁਆਏ, ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਇਹ ਸੰਸਾਰ ਤੇ ਆਏ ਆ ਤੇ ਇੱਥੋਂ ਉੱਠ ਕੇ ਚੱਲਣਾ ਤੇ ਪੈਣਾ ਹੈ, ਭਾਵ ਜਾਣਾ ਪੈਣਾ ਹੈ ਸੰਸਾਰ ਤੋਂ। ਇਹ ਸੰਸਾਰ ਝੂਠ ਦਾ ਪਸਾਰਾ ਹੈ ਸਾਰਾ, ਜਿਹਨੂੰ ਤੂੰ ਸੱਚ ਮੰਨੀ ਬੈਠਾ ਐ ਜੀਵ। ਇਹ ਸੰਸਾਰ ਇੱਕ ਝੂਠ ਦਾ ਪਸਾਰਾ ਹੈ, ਪਸਰਿਆ ਹੋਇਆ ਖਲਾਰਾ ਹੈ ਬਸ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ। ਤੇ ਉਸ ਝੂਠ ਦੇ ਮੁਕਾਬਲੇ ਕਹਿੰਦੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਇਸ ਸੱਚ ਦਾ ਟਿਕਾਣਾ ਜੇ ਲੈਣਾ ਚਾਹੁੰਦਾ ਤਾਂ ਸਿਮਰਨ ਕਰਨਾ ਕਰ। ਤੇ ਸਿਮਰਨ ਕਰਕੇ ਜੇ ਉਸ ਮਾਲਕ ਦੇ ਦਰ ਤੇ ਪਹੁੰਚਣਾ ਚਾਹੁੰਦਾ ਤਾਂ ਸਚਿਆਰ ਬਣਨਾ ਕਰ। ਕਿਉਂਕਿ ਸੱਚ ਨੂੰ ਪਹੁੰਚਣ ਲਈ, ਸੱਚ ਨੂੰ ਪ੍ਰਾਪਤ ਕਰਨ ਲਈ ਸਚਿਆਰ ਬਣਨਾ ਪਏਗਾ। ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਆਪਾਂ ਪੜ੍ਹਦੇ ਹਾਂ ਰੋਜ਼, ਗੁਰੂ ਨਾਨਕ ਪਾਤਸ਼ਾਹ ਉੱਥੇ ਇਹੀ ਗੱਲ ਕਹਿੰਦੇ ਨੇ ਕਿ ਸਚਿਆਰਾ ਹੋਈਐ, ਕਿ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਸਚਿਆਰ ਬਣਨ ਦੇ ਲਈ ਉਹਦੀ ਹੁਕਮ ਤੇ ਰਜਾ ਵਿੱਚ ਰਹਿਣਾ ਜ਼ਰੂਰੀ ਹੈ। ਸਿਮਰਨ ਕਰਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ ਉਸ ਪਰਮਾਤਮਾ ਦੇ ਜਿਹੜੇ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ, ਕਹਿੰਦੇ ਉਹ ਹੀ ਉਸ ਦਰ ਤੇ ਪਹੁੰਚਦੇ ਨੇ, ਉਸ ਮਾਲਕ ਦੀ ਪ੍ਰਾਪਤੀ ਕਰ ਲੈਂਦੇ ਨੇ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਓ।
ਝੂਠ ਤੇ ਲਾਲਚਾਂ ਨਾਲ ਉਸ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋਇਆ ਜਾ ਸਕਦਾ, ਕਿਉਂਕਿ ਅੱਗੇ ਲਹਿ ਨਾ ਠਾਉ, ਅੱਗੇ ਟਿਕਾਣਾ ਨਹੀਂ ਮਿਲੇਗਾ। ਅੰਤਰ ਆਓ ਨਾ ਬੈਸੋ ਕਹੀਐ, ਜਿਉ ਸੁਣਿਐ ਘਰ ਕਾਓ। ਉੱਥੇ ਕੋਈ ਆਦਰ ਨਹੀਂ ਦੇਗਾ। ਉੱਥੇ ਜਾਣਾ ਤੇ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਵੇਂ ਸੁਣਨੇ ਘਰ ਵਿੱਚ ਕਾਂ ਕਰਲਾ ਕੇ ਚਲਾ ਜਾਂਦਾ ਹੈ। ਇਸ ਸੰਸਾਰ ਤੇ ਆਇਆ ਸੀ, ਉਹ ਕਾਂ ਵਾਂਗੂ ਕਾਂ ਰੌਲਾ ਪਾ ਕੇ ਆਪਣੀ ਕਾਂਵਾਂ ਰੌਲੀ ਚਲਾ ਗਿਆ, ਕਹਿੰਦੇ ਅੱਗੇ ਜਾ ਕੇ ਆਦਰ ਨਹੀਂ ਮਿਲੇਗਾ। ਕਾਂਵਾਂ ਰੌਲੀ ਤੋਂ ਭਾਵ ਆਪਾਂ ਕਹਿੰਦੇ ਫਜ਼ੂਲ ਗੱਲਾਂ, ਫਜ਼ੂਲ ਕਰਮ ਕਰਕੇ ਇਸ ਸੰਸਾਰ ਤੋਂ ਗਿਆ ਕਿ ਅੱਗੇ ਜਾ ਕੇ ਫਿਰ ਆਦਰ ਕੀ ਮਿਲਣਾ ਉਸ ਮਾਲਕ ਦੇ ਦਰ ਦੇ ਉੱਤੇ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਇਹ ਸਾਰਾ ਸੰਸਾਰ ਵੇਖੋ ਜੀ, ਇਹਨੇ ਇਸ ਤਰ੍ਹਾਂ ਹੀ ਬਿਨਸ ਰਹੇ ਨੇ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਜੰਮਣ ਤੇ ਮਰਨ ਦਾ ਦੁੱਖ ਹੈ ਨਾ ਜਿਹੜਾ, ਇਹ ਬਹੁਤ ਵੱਡਾ ਦੁੱਖ ਹੈ। ਜੰਮਣ ਦਾ ਵੀ ਦੁੱਖ ਹੈ, ਮਰਨ ਦਾ ਵੀ ਦੁੱਖ ਹੈ। ਹੁਣ ਬਹੁਤੇ ਫਿਰ ਲੋਕ ਪੁੱਛਦੇ ਨੇ ਕਿ ਜੰਮਣ ਦਾ ਕੀ ਦੁੱਖ ਹੈ ਜੀ? ਖੁਸ਼ੀ ਹੁੰਦੀ, ਕੋਈ ਜੀਵ ਆਇਆ, ਜਿਹੜਾ ਆਇਆ ਉਹਨੂੰ ਪੁੱਛੋ ਕਿਵੇਂ ਆਇਆ। ਤੁਸੀਂ ਤਾਂ ਰੌਲਾ ਪਾ ਕੇ ਇਸ ਤਰ੍ਹਾਂ ਪਾਤ ਪਿੱਟ ਦਿੰਦੇ ਆ, ਪਰ ਉਹ ਕੀ ਲੈ ਕੇ ਆਇਆ? ਖਾਲੀ ਹੱਥ ਆਇਆ ਤੇ ਆਉਂਦੇ ਹੀ ਮੋਹ ਵਿੱਚ ਫਸ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉੱਥੇ ਤੇ ਮਾਇਆ ਨੇ ਅੰਮ੍ਰਿਤ ਵਰਤਾ ਦਿੱਤਾ। ਜਿਸ ਕੰਮ ਲਈ ਆਇਆ ਸੀ ਭੁੱਲ ਗਿਆ। ਇਸ ਮਾਇਆ ਵਿੱਚ ਐਸਾ ਉਲਝ ਕੇ ਰਿਹਾ ਤੇ ਜਾਣ ਲੱਗਿਆ ਫਿਰ ਕੂੜ ਇਕੱਠਾ ਕਰਕੇ ਲੈ ਗਿਆ, ਤੇ ਜਿਨ੍ਹਾਂ ਨਾਲ ਮੋਹ ਪਾਇਆ ਸੀ ਉਹਨਾਂ ਨੂੰ ਵਿਛੋੜੇ ਪਾ ਗਿਆ। ਤੇ ਮੈਂ ਕਹਿੰਦਾ ਇਸ ਤੋਂ ਵੱਡਾ ਦੁੱਖ ਨਹੀਂ ਕੋਈ ਦੁਨੀਆ ਦੇ ਉੱਤੇ। ਦੁੱਖ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ, ਤੇ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ। ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾਰੂ ਆਏ। ਲੱਭ ਹੁੰਦਾ ਲਾਲਚ, ਮੈਂ ਮੇਰੀ ਤੇ ਮਾਇਆ ਦੀ ਖਾਤਰ ਕੀਤੇ ਹੋਏ ਕਰਮ ਨੂੰ ਧੰਦੇ ਕਹਿੰਦੇ ਨੇ। ਸਿਰਫ ਪੈਸਾ ਚਾਹੀਦਾ, ਜੋ ਮਰਜ਼ੀ ਕਰਾ ਲਓ ਜੀ ਕਹਿੰਦੇ। ਆਪਾਂ ਵੇਖਦੇ ਹਾਂ ਕਿ ਚੰਗੇ ਚੰਗੇ ਵੱਡੇ ਵੱਡੇ ਲੋਕ ਨੇ ਜਿਹੜੇ ਉਹ ਪੈਸੇ ਦੀ ਖਾਤਰ ਬੜਾ ਕੁਝ ਕਰਦੇ ਨੇ, ਅਡੰਬਰ ਕਰਦੇ ਨੇ, ਆਪਣੇ ਇਖਲਾਕ ਤੋਂ ਵੀ ਗਿਰ ਜਾਂਦੇ ਨੇ। ਉਹਨੂੰ ਧੰਦਾ ਕਹਿੰਦੇ ਨੇ। ਮਹਾਰਾਜ ਨੇ ਸਾਨੂੰ ਕਿਰਤ ਕਰਨ ਵਾਸਤੇ ਕਿਹਾ, ਧੰਦੇ ਕਰਨ ਨੂੰ ਨਹੀਂ ਕਿਹਾ। ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਹਿੰਦੇ ਲੋਭ ਦੇ ਵਿੱਚ ਪੈ ਕੇ, ਧੰਦਿਆਂ ਵਿੱਚ ਪੈ ਕੇ, ਇਸ ਮਾਇਆ ਦੇ ਲਾਲਚ ਵਿੱਚ ਸੰਸਾਰ ਭੁੱਲਿਆ ਬੈਠਾ ਹੈ। ਤੇ ਮਹਾਰਾਜ ਕਹਿੰਦੇ ਅਗਲੀ ਗੱਲ ਕਹੀ ਮਹਾਰਾਜ ਨੇ, ਕਾਲ ਖੜਾ ਰੁਆਏ। ਕਹਿੰਦੇ ਮੌਤ ਸਿਰ ਤੇ ਖੜੀ ਹੈ ਤੇ ਇਸ ਮੌਤ ਨੂੰ ਵੇਖ ਵੇਖ ਲੋਕ ਰੋ ਰਹੇ ਨੇ। ਜਦੋਂ ਮੌਤ ਆਉਂਦੀ ਹੈ ਫਿਰ ਪਿੱਟ ਸਿਆਪਾ ਪੈਂਦਾ। ਅਸਲੀ ਚੀਜ਼ ਤੇ ਜ਼ਿੰਦਗੀ ਦੀ ਇਹ ਹੈ। ਹਾਂਜੀ। ਬਾਬਾ ਆਵੋ ਭਾਈਓ ਗਲ ਮਿਲੈ, ਬਾਬਾ ਆਵੋ ਭਾਈਓ ਗਲ ਮਿਲੈ। ਮਿਲ ਮਿਲ ਦੇ ਅਸੀਸਾਂ ਹੈ, ਮਿਲ ਮਿਲ ਦੇ ਅਸੀਸਾਂ ਹੈ। ਬਾਬਾ ਸਚੜਾ ਮੇਲ ਨਾ ਚੁੱਕਈ, ਬਾਬਾ ਸਚੜਾ ਮੇਲ ਨਾ ਚੁੱਕਈ। ਪ੍ਰੀਤਮ ਕਿਆ ਦੇ ਅਸੀਸਾਂ ਹੈ, ਪ੍ਰੀਤਮ ਕੀਆਂ ਦੇ ਅਸੀਸਾਂ ਹੈ। ਆਸੀਸਾਂ ਦੇਵੋ ਭਗਤ ਕਰੇਵੋ, ਅਸੀਸਾਂ ਦੇਵੋ ਭਗਤ ਕਰੇਵੋ। ਮਿਲਿਆ ਕਾ ਕਿਆ ਮੇਲੋ, ਮਿਲਿਆ ਕਾ ਕਿਆ ਮੇਲੋ। ਇੱਕ ਭੁੱਲੇ ਨਾਵੋਂ ਥੇਵੋਂ ਥਾਵੋਂ, ਇੱਕ ਭੂਲੇ ਨਾਮੋਂ ਥੇਵੋ ਥਾਵੋ। ਗੁਰ ਸਬਦੀ ਸੱਚ ਖੋਲੋ, ਸਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ। ਜੁਗ ਜੁਗ ਸਾਚਾ ਵਿਸੇ, ਜੁਗ ਸਾਚਾ ਵਿਸੇ। ਸਾਜਣ ਸੈਨ ਮਿਲੋ ਸੰਜੋਗੀ, ਸਾਜਨ ਸੈਨ ਮਿਲੋ ਸੰਜੋਗੀ। ਗੁਰ ਮਿਲ ਖੋਲੇ ਫਾਸੇ, ਬਾਬਾ ਆਵੋ ਭਾਈਓ ਗਲ ਮਿਲੈ। ਮਿਲ ਮਿਲ ਦੇ ਅਸੀਸਾਂ ਹੈ। ਹੇ ਭਾਈ ਆਏ ਹੋ, ਪਿੱਟ ਸਿਆਪਾ ਰੋਣ ਸਿਆਪਾ ਨਾ ਕਰੋ। ਮੈਂ ਉੱਤੇ ਆ ਕੇ
ਕਹਿੰਦੇ ਉੱਥੇ ਮਿਲ ਕੇ ਅਸੀਸਾਂ ਦੇਣੀਆਂ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣਹਾਰਾ ਸਿਮਰੀਐ, ਨਾਨਕ ਸੇ ਦੇਹ ਆਨ। ਕਹਿੰਦੇ ਨਹੀਂ ਮਾਰੋ ਉੱਥੇ ਜਿਹੜਾ ਸੱਦ ਰਿਹਾ ਨਾ ਉਹਨੂੰ ਸਿਮਰੋ। ਉੱਥੇ ਆਪਣਾ ਬੂਕਪੁਣਾ ਨਾ ਮਾਰੋ। ਉੱਥੇ ਮੈਂ ਕਹਿੰਦੇ ਮਿਲ ਕੇ ਅਸੀਸਾਂ ਦਿਓ। ਆਪਾਂ ਵੇਖੋ ਜਦੋਂ ਮਿਲਦੇ ਆ, ਅਰਦਾਸ ਦਾ ਮਤਲਬ ਵੀ ਇਹੀ ਸੀ ਕਿ ਮਿਲ ਕੇ ਬੈਠ ਕੇ ਅਸੀਂ ਉਸ ਜੀਵ ਲਈ ਅਰਦਾਸ ਕਰਦੇ ਹਾਂ, ਸਾਰੇ ਮਿਲ ਕੇ। ਅੰਤਮ ਅਰਦਾਸ ਵੇਲੇ ਇਹੀ ਮਕਸਦ ਮਹਾਰਾਜ ਨੇ ਸਾਨੂੰ ਸਮਝਾਇਆ ਸੀ ਕਿ ਅੰਤ ਵੇਲੇ ਮਿਲ ਕੇ ਬੈਠ ਕੇ ਅਸੀਂ ਅਰਦਾਸ ਕਰ ਸਕਦੇ ਹਾਂ ਸੰਗਤ ਰੂਪ ਵਿੱਚ ਕਿ ਸੱਚੇ ਪਾਤਸ਼ਾਹ ਜੀਓ, ਇਹ ਜੀਵ ਸੰਸਾਰ ਤੋਂ ਗਿਆ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਤੁਸੀਂ ਉਹਦੀ ਔਗਣ ਨਾ ਚਿਤਾਰਨਾ, ਤੁਸੀਂ ਕਿਰਪਾ ਕਰੋ ਜੀ, ਬਖਸ਼ਿਸ਼ ਕਰਨੀ, ਉਹਦੇ ਔਗਣ ਨਾ ਚਿਤਾਰਦੇ ਹੋਏ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ। ਇਹ ਕਹਿੰਦੇ ਆਪਾਂ, ਉਹਦਾ ਮਕਸਦ ਇਹੀ ਹੁੰਦਾ ਹੈ। ਇੱਥੇ ਵੀ ਮਹਾਰਾਜ ਕਹਿੰਦੇ ਉੱਥੇ ਬੈਠ ਕੇ ਅਸੀਸਾਂ ਦਿਓ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ। ਬਾਬਾ ਸਚੜਾ ਮੇਲ ਨਾ ਚੁਕਈ, ਪ੍ਰੀਤਮ ਕੀਆਂ ਦੇ ਅਸੀਸਾਂ ਹੈ। ਤੇ ਮਹਾਰਾਜ ਕਹਿੰਦੇ ਹੈ ਭਾਈ, ਜਿਹੜੇ ਸੱਚੇ ਨਾਲ ਜਿਨ੍ਹਾਂ ਦਾ ਮੇਲ ਹੈ ਨਾ, ਉਹ ਫਿਰ ਚੁੱਕਦਾ ਨਹੀਂ, ਭਾਵ ਰੋਕ ਨਹੀਂ ਸਕਦਾ ਕੋਈ ਉਹਨਾਂ ਨੂੰ। ਉਹ ਪ੍ਰੀਤਮ ਦੀਆਂ, ਉਸ ਪਿਆਰੇ ਦੀਆਂ ਅਸੀਸਾਂ ਜਿਹਨੂੰ ਮਿਲ ਗਈਆਂ, ਉਸ ਮਾਲਕ ਨੂੰ ਮਿਲ ਲੈਂਦੇ ਨੇ। ਅਸੀਸਾਂ ਦੇਵੋ ਭਗਤ ਕਰੇਵੋ, ਮਿਲਿਆ ਕਾ ਕਿਆ ਮੇਲੋ। ਕਹਿੰਦੇ ਉੱਥੇ ਬੈਠ ਕੇ ਰੋਣ ਨਾਲੋਂ ਇਹ ਅਸੀਸਾਂ ਦਿਓ, ਭਾਵ ਸਿਮਰਨ ਦੀ ਗੱਲ ਕਰੋ, ਨਾਮ ਦੀ ਗੱਲ ਕਰੋ, ਵਿਚਾਰ ਦੀ ਗੱਲ ਕਰੋ। ਫਿਰ ਜਿਹੜੇ ਪਹਿਲਾਂ ਹੀ ਮਿਲੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਮਿਲਣਾ ਹੈ? ਉੱਥੇ ਪਹਿਲਾਂ ਹੀ ਮਿਲੇ ਹੋਏ ਨੇ, ਜਿਉਂਦੇ ਜੀ ਮਿਲੇ ਹੋਏ ਨੇ। ਉੱਥੇ ਜਿਹੜੇ ਜੀਵ ਜਿਉਂਦੇ ਜੀ ਮਿਲੇ ਨੇ, ਕਹਿੰਦੇ ਉਹਨਾਂ ਦਾ ਤੁਸੀਂ ਕੀ ਮਿਲੋਗੇ? ਗੱਲ ਤੇ ਉਹਨਾਂ ਦੀ ਕਰ ਰਹੇ ਨੇ ਮਹਾਰਾਜ, ਜਿਨ੍ਹਾਂ ਬਾਰੇ ਅਸੀਂ ਜਾਣਦੇ ਨਹੀਂ ਕੁਛ ਵੀ। ਅਸੀਂ ਤਾਂ ਸਿਰਫ ਜਿੱਥੇ ਬਈ ਹੈ ਭਲਾ ਕਹੀ ਹੈ। ਸਾਨੂੰ ਮਹਾਰਾਜ ਨੇ ਇੱਕੋ ਗੱਲ ਸਮਝਾਈ ਕਿ ਜਿੱਥੇ ਬਈ ਹੈ ਭਲਾ ਕਹੀ ਹੈ। ਜਿੱਥੇ ਬੈਠਦੇ ਹੋ ਭਲੇ ਦੀ ਗੱਲ ਕਰੋ, ਕਿਸੇ ਦਾ ਭਲਾ ਹੋ ਸਕਦਾ, ਠੀਕ ਹੈ, ਬੁਰਾ ਨਾ ਸੋਚੋ। ਰਿਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਇਸ ਕਰਕੇ ਅਸੀਂ ਉੱਥੇ ਉਹਦੀਆਂ ਬੁਰਾਈਆਂ ਵੱਲ ਨਾ ਵੇਖੀ ਜਾਈਏ, ਜਾਂ ਉਹਦੇ ਖੜ ਕੇ ਫਿਰ ਅਸੀਂ ਸੰਧਾਜਣੀਆਂ ਦੇਣ ਲੱਗ ਜਾਂਦੇ ਹਾਂ। ਉਹ ਇਸ ਤਰ੍ਹਾਂ ਸੀ ਜੀ, ਉਹ ਇਸ ਤਰ੍ਹਾਂ ਸੀ ਜੀ। ਇਹ ਮੰਨ ਲਓ ਵੀ ਜਦੋਂ ਅਸੀਂ ਸੰਧਾਜਣੀਆਂ ਦੇਣ ਲੱਗ ਜਾਂਦੇ ਹਾਂ ਤਾਂ ਉੱਥੇ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲ ਰਹੇ ਹੁੰਦੇ ਹਾਂ। ਗੁਰੂ ਦੀ ਹਜ਼ੂਰੀ 'ਚ ਸ਼ਰੇਆਮ ਝੂਠ ਬੋਲਦੇ ਹੁੰਦੇ ਹਾਂ, ਕਿਉਂਕਿ ਜਿੰਨਾ ਅੱਗੇ ਅਸੀਂ ਕਹਿ ਰਹੇ ਹੁੰਦੇ ਹਾਂ ਉਹ ਤਾਂ ਜਾਣਦੇ ਹੁੰਦੇ ਨੇ ਵੀ ਬੰਦਾ ਕਿਹੋ ਜਿਹਾ। ਉੱਥੇ ਅਸੀਂ ਝੂਠ ਪਏ ਬੋਲਦੇ ਹੁੰਦੇ ਹਾਂ। ਉੱਥੇ ਝੂਠ ਬੋਲਣ ਨਾਲੋਂ ਬਿਹਤਰ ਹੈ ਕਿ ਅਸੀਂ ਗੁਰੂ ਅੱਗੇ ਅਰਦਾਸ ਕਰੀਏ। ਅਸੀਸ ਦੇਣ ਤੋਂ ਭਾਵ ਹੈ ਕਿ ਪ੍ਰਭੂ ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ, ਇਸ ਜੀਵ ਦੇ ਔਗਣਾਂ ਵੱਲ ਨਾ ਚਿਤਾਰੋ। ਸੰਗਤ ਵੱਲੋਂ ਅਰਦਾਸ, ਸੱਚੇ ਪਾਤਸ਼ਾਹ ਇਹਦੇ ਗੁਨਾਹਾਂ ਨੂੰ ਬਖਸ਼ ਦਿਓ। ਇੱਕ ਭੁੱਲੇ ਨਾਉ ਥੇਵੋ ਥਾਵੋ, ਗੁਰ ਸ਼ਬਦੀ ਸੱਚ ਖੇਲੋ। ਹੁਣ ਇੱਕ ਉਹ ਲੋਕ ਨੇ ਜਿਹੜੇ ਸਤ ਸੰਗਤ ਰੂਪੀ ਇਸ ਥਾਂ ਤੋਂ ਭੁੱਲੇ ਹੋਏ ਨੇ, ਕਦੇ ਆਏ ਹੀ ਨਹੀਂ, ਜੁੜੇ ਹੀ ਨਹੀਂ ਕਦੇ ਇੱਧਰ ਨੂੰ। ਗੁਰ ਸ਼ਬਦੀ ਸੱਚ ਖੇਲੋ, ਕਹਿੰਦੇ ਗੁਰੂ ਦੇ ਸ਼ਬਦ ਦੁਆਰਾ, ਬਾਣੀ ਦੁਆਰਾ ਉੱਥੇ ਇਸ ਸੱਚ ਦੀ ਖੇਡ ਨੂੰ ਵਰਤਾਉਣਾ ਕਰੋ। ਭਾਵ ਜਦੋਂ ਅਸੀਂ ਸਦ ਬਾਣੀ ਪੜ੍ਹਦੇ ਹਾਂ ਨਾ, ਤੀਜੇ ਪਾਤਸ਼ਾਹ ਮਹਾਰਾਜ ਨੇ ਉਚਾਰਨ, ਭਾਈ ਸੁੰਦਰ ਜੀ ਵੱਲੋਂ ਉਚਾਰਨ ਹੋਈ ਹੈ, ਉੱਥੇ ਬਾਬਾ ਅਮਰਦਾਸ ਜੀ ਨੇ ਸਾਨੂੰ ਇਹੋ ਗੱਲ ਸਮਝਾਉਣਾ ਹੈ ਕਿ ਮਤ ਮੈਂ ਪਿੱਛੇ ਕੋਈ ਰੂਪ ਸੀਸੋ, ਮੈਂ ਮੂਲ ਨਾ ਪਾਇਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਉੱਥੇ ਵੀ ਮਹਾਰਾਜ ਇਹ ਸਾਨੂੰ ਸਮਝਾ ਕੇ ਗਏ ਨੇ ਕਿ ਮੇਰੇ ਪਿੱਛੋਂ ਰੂਣ ਪਿੱਟ ਸਿਆਪਾ ਨਹੀਂ ਕਰਨਾ। ਉੱਥੇ ਕੇਸੋ ਗੋਪਾਲ ਪੰਡਤ ਸੱਦਿਓ, ਭਾਵ ਵਿਚਾਰਵਾਨ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨ ਵਾਲੇ ਸਤਸੰਗੀ ਲੋਕਾਂ ਨੂੰ ਬੁਲਾ ਕੇ ਬੈਠ ਕੇ ਉੱਥੇ ਸ਼ਬਦ ਦੀ ਵਿਚਾਰ ਕਰਿਓ, ਰੋਇਓ ਨਾ। ਉਹ ਚੀਜ਼ਾਂ ਸਾਨੂੰ ਸਮਝਾਈਆਂ ਮਹਾਰਾਜ ਨੇ। ਇੱਥੇ ਗੁਰੂ ਨਾਨਕ ਪਾਤਸ਼ਾਹ ਵੀ ਇਹੀ ਗੱਲ ਸਮਝਾਉਂਦੇ ਪਏ ਨੇ ਸਾਨੂੰ ਕਿ ਉਸ ਮਾਲਕ ਨਾਲ ਜੁੜਨਾ ਕਰੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੇ। ਤੇ ਜਿਹੜੇ ਇਸ ਤਰ੍ਹਾਂ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਇਸ ਸੱਚ ਦੀ ਬਾਜੀ ਨੂੰ ਖੇਡ ਕੇ ਜਾਂਦੇ ਨੇ, ਕਹਿੰਦੇ ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ। ਉਹ ਜਮਾਂ ਦੇ ਮਾਰਗ ਨਹੀਂ ਪੈਂਦੇ, ਉਹ ਸੱਚ ਵਿੱਚ ਜਾ ਸਮਾਏ ਹੋਏ ਨੇ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ ਦੁਆਰਾ। ਜੁਗ ਜੁਗ ਸਾਚੈ ਵੇਸੇ, ਕਿਤੇ ਉੱਤੇ ਹਰ ਸਮੇਂ ਸੱਚ ਦੇ ਵੇਸ ਵਿੱਚ ਰਹੇ ਨੇ। ਭਾਵ ਸਤ, ਸੰਤੋਖ, ਦਇਆ, ਧਰਮ, ਸਹਿਜ ਵਾਲਾ ਵੇਸ ਧਾਰਨ ਕਰਕੇ ਇਸ ਸੰਸਾਰ ਵਿੱਚ ਗੁਜ਼ਰੇ ਨੇ।
ਸਾਜਨ ਸੈਣ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਸਾਜਣ ਜਿਹੜਾ ਸ਼ਬਦ ਹੈ ਇਹ ਹੈ ਗੁਰਮੁਖ ਪਿਆਰਿਆਂ ਲਈ ਵਰਤਿਆ ਹੋਇਆ, ਸ਼ੁਭ ਗੁਣਾਂ ਲਈ ਵਰਤਿਆ ਹੋਇਆ। ਸੱਜਣ ਠੱਗ ਨੂੰ ਮਿਲੇ ਨੇ ਮਹਾਰਾਜ, ਉੱਥੇ ਵੀ ਮਹਾਰਾਜ ਨੇ ਸੱਜਣ ਨੂੰ ਇਹ ਗੱਲ ਸਮਝਾਈ ਕਿ ਸੱਜਣ ਮੈਡੇ ਨਾਲ ਜੋ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਉਹ ਸਾਡੇ ਅਸਲੀ ਮਿੱਤਰ ਨੇ, ਸਾਡੇ ਅਸਲੀ ਸੈਣ। ਸੈਣ ਦਾ ਮਤਲਬ ਹੁੰਦਾ ਸੰਜੋਗੀ, ਸੰਬੰਧੀ। ਸਾਜਨ ਸੈਣ ਮਿਲੋ ਸੰਜੋਗੀ, ਕਹਿੰਦੇ ਇਹ ਵੀ ਸੰਜੋਗ ਨੇ। ਸੰਗਤ ਵਿੱਚ ਆਉਣਾ, ਗੁਰਮੁਖ ਪਿਆਰਿਆਂ ਨਾਲ ਮਿਲਣਾ, ਜੁੜਨਾ, ਬੈਠਣਾ, ਵਿਚਾਰ ਕਰਨੀ, ਇਹ ਸੰਜੋਗ ਨੇ। ਉਸ ਮਾਲਕ ਵੱਲੋਂ ਧੁਰੋਂ ਪਿਆ ਸੰਜੋਗ ਹੈ। ਇਹ ਧੁਰੋਂ ਬਖਸ਼ਿਸ਼ਾਂ ਨੇ। ਸਾਨੂੰ ਕਿਸੇ ਵਧੀਆ ਗੁਰਮੁਖ ਪਿਆਰੇ ਦਾ ਮੇਲ ਹੋ ਜਾਣਾ, ਸਾਨੂੰ ਪ੍ਰਾਪਤੀ ਹੋ ਜਾਣੀ, ਸੰਗਤ ਵਿੱਚ ਆ ਜਾਣਾ, ਇਹ ਸੰਜੋਗ ਨੇ। ਕਿਉਂਕਿ ਇਹਦੇ ਕਰਕੇ ਤੇ ਕਾਰ ਚੱਲਦੀ ਪਈ ਸਾਰੀ। ਸੰਜੋਗ ਵਿਜੋਗ ਦੇ ਕਾਰ ਚਲਾਵੇਂ, ਲੇਖੇ ਆਵੇਂ ਭਾਗ। ਗੁਰ ਮਿਲ ਖੋਲੇ ਫਾਸੇ, ਉਹਨਾਂ ਗੁਰਮੁਖ ਪਿਆਰਿਆਂ, ਉਹਨਾਂ ਸੱਜਣਾ ਮਿੱਤਰਾਂ ਨਾਲ, ਭਾਵ ਸਤ ਸੰਗੀਆਂ ਨਾਲ ਮਿਲ ਕੇ ਅਸੀਂ ਗੁਰੂ ਨਾਲ ਮਿਲ ਕੇ ਇਹ ਫਾਈਆਂ ਜਿਹੜੀਆਂ ਗਲ 'ਚ ਪਈਆਂ ਹੋਈਆਂ ਸਨ ਸਾਡੇ ਨੇ ਮੋਹ ਮਾਇਆ ਦੀਆਂ, ਕਹਿੰਦੇ ਖੋਲ੍ਹ ਦਿੱਤੀਆਂ। ਅਸੀਂ ਮੁਕਤ ਹੋ ਗਏ, ਜਿਉਂਦੇ ਜੀ। ਹਾਂਜੀ। ਬਾਬਾ ਨਾਂਗੜਾ ਆਇਆ ਜਗ ਮੈਂ, ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁੱਖ ਲੇਖ ਲਿਖਾਇਆ, ਦੁੱਖ ਸੁੱਖ ਲੇਖ ਲਿਖਾਇਆ। ਲਿਖਿਆੜਾ ਸਾਹਾ ਨਾ ਟਲੈ, ਲਿਖਿਆੜਾ ਸਾਹਾ ਨਾ ਟਲੈ। ਜਿਹੜਾ ਪੁਰਬ ਕਮਾਇਆ, ਜਿਹੜਾ ਪੁਰਬ ਕਮਾਇਆ। ਬਹਿ ਸਾਚਾ ਲਿਖਿਆ ਅੰਮ੍ਰਿਤ ਵਿਖਿਆ, ਸੱਚ ਲਿਖਿਆ ਅੰਮ੍ਰਿਤ ਵਿਖਿਆ। ਜਿਤ ਲਾਇਆ ਤਿਤ ਲਾਗਾ, ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ, ਕਾਮਣ ਆਰੀ ਕਾਮਣ ਪਾਏ। ਬਹੁ ਰੰਗੀ ਗਲ ਤਾਗਾ, ਰੰਗੀ ਗਲ ਤਾਗਾ। ਹੋਸੀ ਮਤ ਭਇਆ ਮਨ ਹੋਸਾ, ਹੋਸ਼ੀ ਮਤ ਭਇਆ ਮਨ ਹੋਛਾ। ਗੁੜ ਸਾ ਮੱਖੀ ਖਾਇਆ, ਗੁੜ ਸਾ ਮੱਖੀ ਖਾਇਆ। ਨਾਮ ਰਜਾਦ ਆਇਆ ਕਲ ਭੀਤਰ, मेरे राम हम बारक हर प्रभ के हैं ए आणे। हम बारक हर प्रभ के हैं ए आणे।